ਬੈਂਕ ਵਿਆਜ ਦਰਾਂ ਵਿੱਚ 0.25% ਦਾ ਇਜ਼ਾਫਾ ਹੋ ਗਿਆ। ਉਸ ਤੋਂ ਬਾਅਦ ਸਾਡੀ ਰੀਅਲ ਸਟੇਟ ਮਾਰਕੀਟ, ਸਾਡੀ ਮੌਰਗੇਜ ਮਾਰਕੀਟ ਦੇ ਉੱਤੇ ਕੀ ਅਸਰ ਪੈਂਦਾ, ਉਸ ਦੀ ਅਸੀਂ ਚਰਚਾ ਕਰ ਰਹੇ ਹਾਂ। ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਘਰ ਲੈਂਦੇ ਹੋਏ ਕਿ ਦੇ ਵਿਲ ਬੀ ਰਨਿੰਗ ਆਊਟ ਆਫ ਬਜਟ। ਆਪਣੀ ਜਿਹੜੀ ਇਮੀਗ੍ਰੈਂਟ ਹੈ ਸੋਸਾਇਟੀ, ਉਹਨੂੰ ਇਹ ਚੀਜ਼ ਥੋੜ੍ਹੀ ਜਿਹੀ ਡਿਫਰੈਂਟ ਢੰਗ ਨਾਲ ਇਫੈਕਟ ਕਰਦੀ ਹੈ, ਕਿਉਂਕਿ ਸਾਡੀ ਨਸੈਸਿਟੀ ਹੈ ਘਰ ਲੈਣਾ। ਇੱਕ ਬੰਦਾ ਜਿਹੜਾ ਕੈਨੇਡਾ ਆਇਆ ਆ ਐਜ਼ ਏ ਮੈਰਿਜ ਕਰਾ ਕੇ ਆਇਆ, ਫੈਮਿਲੀ ਬੇਸ 'ਤੇ ਆਇਆ, ਉਹ ਘਰ ਲੈ ਸਕਦਾ ਹੁੰਦਾ ਸੀ, ਪਰ ਵਰਕ ਪਰਮਿਟ ਵਾਲਾ ਨਹੀਂ ਲੈ ਸਕਦਾ। ਮੇਰੇ ਮੁਤਾਬਕ ਬੈਟਰ ਇਹ ਹੋਣਾ ਚਾਹੀਦਾ ਕਿ ਸਾਰਿਆਂ ਲਈ 2 ਸਾਲ ਦੀ ਰਿਸਟ੍ਰਿਕਸ਼ਨ ਲੱਗ ਜਾਂਦੀ ਕਿ 2 ਸਾਲ ਦੇਖੋ, ਵੇਟ ਕਰੋ। ਬੈਂਕ ਵਿਆਜ ਦਰਾਂ ਵਿੱਚ ਹੋਏ ਇਸ ਵਾਧੇ ਦਾ ਆਮ ਵਿਅਕਤੀ ਦੇ ਉੱਤੇ ਕੀ ਅਸਰ ਹੈ, ਇਹਦੇ ਬਾਰੇ ਵਿੱਚ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਜੀ ਆਇਆਂ ਨੂੰ ਜੀ। ਥੈਂਕ ਯੂ ਰਿਸ਼ੀ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇਹ ਦੱਸੋ ਕਿ ਪਿਛਲੇ ਮਹੀਨੇ ਤੱਕ ਦੀ ਸਾਡੀ ਰੀਅਲ ਸਟੇਟ ਦੀ ਮਾਰਕੀਟ ਕਿਸ ਤਰ੍ਹਾਂ ਰਹੀ ਜੀ? ਨੰਬਰਾਂ ਦੇ ਹਿਸਾਬ ਨਾਲ ਕਿਵੇਂ ਚੇਂਜਸ ਦੇਖਣ ਨੂੰ ਮਿਲੀਆਂ ਨੇ ਜੀ? ਨੰਬਰਾਂ ਦੇ ਹਿਸਾਬ ਨਾਲ ਜੇ ਦੇਖੀਏ ਰਿਸ਼ੀ ਜੀ, ਤਾਂ ਦਸੰਬਰ 2022 ਦੇ ਵਿੱਚ 1750 ਤੋਂ ਉੱਪਰ ਘਰ ਵਿਕੇ ਨੇ, ਜਿਹੜੇ ਕਿ ਮਾਰਕੀਟ ਦੇ ਵਿੱਚ ਹੋਰ ਵੀ ਇਹਦੇ ਨਾਲ ਕਾਫੀ ਚੇਂਜਿਸ ਦੇਖਣ ਨੂੰ ਮਿਲੀਆਂ। ਜੇ ਆਪਾਂ ਪੂਰੇ ਸਾਲ ਦੀ ਗੱਲ ਕਰੀਏ ਤਾਂ 2022 'ਚ 29,000 ਪਲੱਸ ਘਰ ਵਿਕੇ ਨੇ, ਵਰਸਿਸ 2021 'ਚ 27,000 ਘਰ ਵਿਕੇ ਸੀ। ਸੋ ਨਾ ਤਾਂ ਇਹਨੂੰ ਬਹੁਤ ਜ਼ਿਆਦਾ ਵੱਧ ਕਿਹਾ ਜਾ ਸਕਦਾ, ਨਾ ਇਸ ਨੂੰ, ਕਿਉਂਕਿ ਇਹਦੇ ਵਿੱਚ ਕੁਛ ਮਹੀਨੇ ਰਹੇ 2022 ਜਦੋਂ ਮਾਰਕੀਟ ਬਹੁਤ ਜ਼ਿਆਦਾ ਅਗਰੈਸਿਵ ਹੋ ਗਈ ਸੀ, ਤੇਜ਼ ਹੋ ਗਈ ਸੀ, ਕੁਛ ਮਹੀਨੇ ਸਲੋ ਹੋ ਗਈ। ਸੋ ਓਵਰਆਲ ਜੇ ਈਅਰ ਦੇ ਵਿੱਚ ਦੇਖੀਏ ਤਾਂ ਸੇਮ ਤਰ੍ਹਾਂ ਦਾ ਈਅਰ ਦੇਖਣ ਨੂੰ ਮਿਲਿਆ, ਜਿਹਦੇ ਵਿੱਚ 27 ਤੋਂ 29,000 ਘਰ ਕੈਲਗਰੀ ਦੇ ਵਿੱਚ ਵਿਕਿਆ। ਵਾਹ ਜੀ ਵਾਹ। ਅਤੇ ਅੱਜ ਹੁਣ ਬੈਂਕ ਆਫ ਕੈਨੇਡਾ ਨੇ ਅੱਜ 0.25% 25 BIPs ਦਾ ਵਾਧਾ ਕਰ ਦਿੱਤਾ ਹੈ। ਅਤੇ ਇਹ ਜਿਹੜੇ ਬੇਸਿਕ ਪੁਆਇੰਟਸ ਵਧੇ ਨੇ, ਸਾਨੂੰ ਦੱਸੋ ਕਿ ਇਹਦੇ ਨਾਲ ਹੁਣ ਮੌਰਗੇਜ ਪੇਮੈਂਟਸ ਅਤੇ ਮੌਰਗੇਜ ਕੁਆਲੀਫਿਕੇਸ਼ਨ ਵਿੱਚ ਕਿੰਨਾ ਕੁ ਫਰਕ ਪੈ ਸਕਦਾ ਜੀ? ਜੀ ਇਹਦੇ ਨਾਲ ਜੇ ਆਪਾਂ ਜਨਰਲ ਗੱਲ ਕਰੀਏ, 5 ਲੱਖ ਦੀ ਮੌਰਗੇਜ ਕੈਲਗਰੀ ਦੇ ਵਿੱਚ ਇੱਕ ਘਰ ਦੇ ਉੱਤੇ, ਤਾਂ ਉਹਦੀ ਜਿਹੜੀ ਪੇਮੈਂਟ $2908 ਬਣਦੀ ਸੀ ਪਿਛਲੀ ਹਾਈਕ ਤੋਂ ਪਹਿਲਾਂ। ਤਾਂ ਜੇ ਆਪਾਂ 5% ਇੰਟਰਸਟ ਰੇਟ ਦੇ ਜਾਂ ਹਿਸਾਬ ਨਾਲ ਲਾਈਏ ਤਾਂ ਹੁਣ $2980 ਜਾਣੀ ਕਿ ਆਲਮੋਸਟ $70 ਦਾ ਡਿਫਰੈਂਸ ਇਸ 25 ਸੈਂਟ ਨਾਲ ਪੇਮੈਂਟ ਵਿੱਚ ਆ ਜਾਏਗਾ। ਸਿਰਫ ਦੁਬਾਰਾ ਦੱਸੋ, ਕਿੰਨੇ ਲੱਖ ਤੇ? 5 ਲੱਖ ਦੀ ਮੌਰਗੇਜ ਤੇ 5 ਲੱਖ ਦੀ ਮੌਰਗੇਜ ਆ ਅਤੇ $80 ਹੋਰ ਮਹਿੰਗੇ ਹੋ ਜਾਣਗੇ। ਹਾਂਜੀ, ਸਿਰਫ ਇਸ 25 ਸੈਂਟ ਦੇ ਨਾਲ ਜਿਹੜਾ ਆ ਆਪਾਂ ਪਰ ਮੰਥ ਪੇਮੈਂਟ ਵੱਧ ਜਾਏਗੀ। ਅਤੇ ਫਿਰ ਤਾਂ ਜਿਹੜੀ ਕੋਈ ਐਲੀਜੀਬਿਲਿਟੀ 'ਤੇ ਵੀ ਫਰਕ ਪਏਗਾ ਜੀ? ਐਲੀਜੀਬਿਲਿਟੀ 'ਤੇ ਬਿਲਕੁਲ ਫਰਕ ਪਏਗਾ ਜੀ। ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਕਿ ਜਦੋਂ ਰੈਗੂਲਰ ਬੇਸਿਕ ਰੇਟ ਹੁੰਦੇ ਸੀ ਜਾਂ ਅਸੀਂ 5.25 'ਤੇ ਕੁਆਲੀਫਾਈ ਕਰਦੇ ਸੀਗੇ, ਤਾਂ ਉਦੋਂ ਜਿਹੜਾ ਆ ਆਪਾਂ ਜਿਹੜੀ ਹਾਊਸ ਹੋਲਡ ਇਨਕਮ ਜੇ $1,00,000 ਆ, ਤਾਂ ਉਹਦੇ ਨਾਲ ਆਪਾਂ 25 ਈਅਰਸ ਦੀ ਅਮੋਰਟਾਈਜੇਸ਼ਨ ਨਾਲ 5 ਲੱਖ ਤੱਕ ਦਾ ਲੋਨ ਲੈ ਸਕਦੇ ਸੀ। ਹੁਣ ਉਹ 4.25 ਦਾ ਹੋ ਗਿਆ। ਹੁਣ ਇਹ ਜਿਹੜਾ ਹੋਰ ਇੰਟਰਸਟ ਰੇਟ ਵੱਧ ਗਿਆ ਬੈਂਕ ਆਫ ਕੈਨੇਡਾ ਦਾ, ਔਰ ਬੈਂਕਸ ਨੇ ਅੱਜ ਅਨਾਊਂਸ ਕਰਨਾ ਆ ਹਜੇ। ਸੋ ਬੈਂਕਸ ਵੀ ਨਾਲ ਹੀ ਵਧਾਉਂਦੀਆਂ ਨੇ। ਸੋ ਜਿੰਨਾ ਵੀ ਉਹ ਵਧਾਉਣਗੀਆਂ ਬੇਸਡ ਔਨ ਦੈਟ, ਪਰ 25 ਬਿਪਸ ਦੇ ਨਾਲ ਜੇ ਦੇਖੀਏ ਤਾਂ ਜਿਹੜੇ ਬੰਦੇ 5 ਲੱਖ ਲਈ ਕੁਆਲੀਫਾਈ ਹੁੰਦੇ ਸੀ, ਉਹ 470 'ਤੇ ਰਹਿ ਜਾਣਗੇ, ਉਹ ਹੋਰ ਥੱਲੇ ਆ ਜਾਣਗੇ। ਅਤੇ ਇਹ ਜਿਹੜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਬੇਸ 'ਤੇ ਇਨਫਲੇਸ਼ਨ ਨੂੰ ਰੋਕਣ ਲਈ ਇੰਟਰਸਟ ਰੇਟ ਵਿੱਚ ਵਾਧਾ ਕਰਨ ਦਾ ਲਗਾਤਾਰ ਫੈਸਲਾ ਜਾਰੀ ਰੱਖਿਆ ਜਾ ਰਿਹਾ ਜੀ। ਹੁਣ ਕਿੱਥੇ ਕੁ ਜਾ ਕੇ ਕੰਮ ਰੁਕੂਗਾ ਜੀ? ਇਹ ਕਦੋਂ ਕੁ ਰੁਕਣਗੇ ਇਹ? ਰਿਸ਼ੀ ਜੀ, ਇਹ ਤਾਂ ਇੱਕ ਜਿੱਥੇ ਕਿ 25 ਸੈਂਟ ਦਾ ਹੋਰ ਵਾਧਾ ਹੋਇਆ, ਉੱਥੇ ਇੱਕ ਥੋੜ੍ਹੀ ਜਿਹੀ ਰਾਹਤ ਦੀ ਖਬਰ ਵੀ ਦਿੱਤੀ ਗਈ ਹੈ ਗਵਰਨਰ ਵੱਲੋਂ ਕਿ ਕੰਡੀਸ਼ਨਲ ਪੌਜ਼ ਕਰ ਦਿੱਤਾ ਗਿਆ ਕਿ ਹੁਣ ਨਹੀਂ, ਹੁਣ ਹਰ ਮਹੀਨੇ ਨਹੀਂ, ਹੋਰ ਵਧਾ ਲੈਣ। ਹੁਣ ਤਾਂ 8 ਵਾਰੀ ਤਾਂ ਵਧਾ ਲਈ ਆ, ਤਾਂ ਹੁਣ ਕਸਰ ਕਿਹੜੀ ਰਹਿ ਗਈ ਆ ਕਿ ਹੁਣ ਨਹੀਂ ਹੁਣ ਵੀ ਲੋਕਾਂ ਦੇ ਹੱਥਾਂ 'ਚੋਂ ਘਰ ਚੱਲ ਜਾਣਗੇ। ਹਾਂਜੀ, ਹੁਣ ਵੀ ਹਜੇ ਕੰਡੀਸ਼ਨਲ ਹੈ ਕਿ ਜੇ ਹਜੇ ਵੀ ਮਾਰਕੀਟ ਉੱਪਰ ਜਾਂਦੀ ਰਹੀ ਘਰਾਂ ਦੀ ਤਾਂ ਉਹ ਸਟਿਲ ਵਧਾ ਸਕਦੇ ਨੇ। ਪਰ ਇਹ ਹੈ ਕਿ ਜਿੱਦਾਂ ਸੀਗਾ ਕਿ ਹਰੇਕ ਮੰਥ ਆਪਣੀ ਮੀਟਿੰਗ ਦੇ ਵਿੱਚ ਵਧਾਉਂਦੇ ਸੀਗੇ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਥੋੜ੍ਹੀ ਦੇਰ ਲਈ ਪੌਜ਼ ਲਵਾਂਗੇ। ਸਾਡੇ ਸਿਰ ਆਸਾਨ ਨਾ ਕਰੋ, ਤੁਸੀਂ ਵਧਾ ਲਓ ਜਿਹੜੀ ਵਧਾਉਣੀ ਆ, ਬੜਾ ਤੁਸੀਂ। ਅਤੇ ਪਰ ਕੀ ਜਿਹੜੀ ਇਨਫਲੇਸ਼ਨ ਨੂੰ ਘੱਟ ਕਰਨ ਵਾਸਤੇ ਵਿਆਜ ਦਰਾਂ ਵਧਾਈਆਂ ਗਈਆਂ ਸੀ, ਇਹਦੇ 'ਤੇ ਕੋਈ ਅਸਰ ਪਿਆ? ਇਹਦੇ ਲਈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਇਨਫਲੇਸ਼ਨ ਨੂੰ ਸਮਝਣ ਦੀ ਲੋੜ ਹੈ। ਫਰਕ ਪਿਆ ਹੈ। ਜਿਹੜੀ ਪਰ ਪਿਛਲੇ ਸਾਲ ਦੇ ਵਿੱਚ ਇਨਫਲੇਸ਼ਨ ਜੂਨ ਦੇ ਵਿੱਚ 2022 ਦੇ ਵਿੱਚ 8.1 'ਤੇ ਚਲੀ ਗਈ ਸੀ।
ਇਹ ਜਿਹੜੇ ਗੌਰਮੈਂਟ ਦੀ CPI ਇੰਡੈਕਸ ਜਿਹੜਾ ਪੋਰਟਲ ਹੈ ਉਹਨਾਂ ਦਾ ਸਟੈਟਿਕਸ ਕੈਨੇਡਾ ਦਾ, ਉਹਦੇ ਆਧਾਰ 'ਤੇ ਜੇ ਆਪਾਂ ਗੱਲ ਕਰੀਏ ਤਾਂ 8.1 ਸੀ। ਹੁਣ ਜਿਹੜੀ ਹੈ ਉਹ ਨਵੰਬਰ ਟੂ ਦਸੰਬਰ ਦੀ ਜਿਹੜੀ ਚੇਂਜ ਉਹ 6.3 ਹੋ ਗਈ। ਸੋ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਸਲੋ ਡਾਊਨ ਹੋ ਰਹੀ ਹੈ। ਓਵਰਆਲ ਜਿਹੜਾ ਫਸਟ ਪੇਜ ਹੈ ਸਟੈਟਿਕਸ ਕੈਨੇਡਾ ਦਾ CPI ਇੰਡੈਕਸ ਦਾ, ਜੇ ਉਹਨੂੰ ਆਪਾਂ ਥੋਰਲੀ ਰੀਡ ਕਰਦੇ ਹਾਂ, ਉਹਨੂੰ ਆਪਾਂ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਫਿਰ ਫੈਕਟਰ ਵੀ ਉਹਨਾਂ ਨੇ ਕੀਤੇ ਨੇ ਕਿ ਕਿਹੜੀ ਚੀਜ਼ ਜਿਹੜੀ ਹੈ ਇਹ CPI ਇੰਡੈਕਸ ਨੂੰ ਘਟਾ ਰਹੀ ਹੈ ਔਰ ਕਿਹੜੀ ਚੀਜ਼ ਵਧਾ ਰਹੀ ਹੈ। ਸੋ ਮੈਂ ਫਿਰ ਮੈਂਸ਼ਨ ਕਰਦਾ ਕਿ ਜਿਹੜੀ CPI ਹੈ ਉਹ ਬੇਸਡ ਔਨ ਜਿਹੜਾ ਆਪਣਾ ਖਰਚਾ ਹੈ ਪਰ ਮੰਥ ਜ਼ਿੰਦਗੀ ਜਿਉਣ ਦਾ ਕੰਮ ਬੰਦੇ ਦਾ, ਉਹਦੀ ਉਹਨਾਂ ਚੀਜ਼ਾਂ ਦੀ ਇੱਕ ਬਾਸਕਟ ਹੈ, ਅਤੇ ਉਹਨਾਂ ਦੇ ਬੇਸ ਦੇ ਉੱਤੇ 2002 ਦੇ ਨਾਲ ਕੰਪੇਅਰ ਕਰਕੇ ਇਹਨੂੰ ਕੀਤਾ ਜਾਂਦਾ। ਪਰ ਜਿੰਨੇ ਵੀ ਅਸੀਂ ਇਹ ਨੰਬਰ ਬੋਲਦੇ ਹਾਂ ਇਹ ਸਾਰੇ 2002 ਨਾਲ ਕੰਪੇਅਰਡ ਨਹੀਂ ਕੀਤੇ ਜਾਂਦੇ। ਗੌਰਮੈਂਟ ਵੀ ਜਿਹੜੇ ਅਨਾਊਂਸ ਕਰਦੀ ਹੈ, ਕਈ ਵਾਰੀ ਉਹ ਦੇਖਦੇ ਨੇ ਕਿ ਨਵੰਬਰ ਤੋਂ ਦਸੰਬਰ 'ਚ ਕਿੰਨਾ ਫਰਕ ਪਿਆ ਜਾਂ 2021 ਤੋਂ 2022 'ਚ ਕਿੰਨਾ ਫਰਕ ਪਿਆ। ਸੋ ਜਿਹੜਾ 6.3 ਹੈ ਇਹ ਨਵੰਬਰ 2022 ਤੋਂ ਦਸੰਬਰ 2022 ਇੱਕ ਮਹੀਨੇ ਦੇ ਵਿੱਚ ਜਿਹੜੀ CPI ਉਹ 6.3 'ਤੇ ਆ ਗਈ ਹੈ, ਵਰਸਿਸ ਜਿਹੜੀ ਹਰ ਮਹੀਨੇ ਇੱਕ 8.1 'ਤੇ ਚਲੀ ਗਈ ਜੀ। ਅਤੇ ਜਿਹੜੀ ਹੁਣ ਕੰਜ਼ਿਊਮਰ ਜਿਹੜੀ ਤੁਸੀਂ ਦੱਸੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ, ਜਿਹੜਾ CP ਇੰਡੈਕਸ ਹੈ ਸਾਡਾ, ਉਹ ਹੁਣ 8.1 ਤੋਂ ਘੱਟ ਕੇ 6.3 'ਤੇ ਆ ਗਿਆ ਜੂਨ ਤੋਂ ਦਸੰਬਰ ਤੱਕ। ਕੀ ਇਹ ਸਿਰਫ ਇੰਟਰਸਟ ਰੇਟ ਵਧਣ ਕਰਕੇ ਹੀ ਇਹ ਘਟੀ ਹੈ ਇਨਫਲੇਸ਼ਨ? ਜੀ ਇਹ ਬਹੁਤ ਵਧੀਆ ਗੱਲ ਹੈ ਰਿਸ਼ੀ ਜੀ, ਆਪਾਂ ਨੂੰ ਸਾਰਿਆਂ ਨੂੰ ਸਮਝਣਾ ਪੈਣਾ ਹੈ। ਅੱਜ ਵੀ CBC ਦੇ ਉੱਤੇ ਵੀ CTV ਦੇ ਉੱਤੇ ਵੀ ਇਹਦਾ ਕਾਫੀ ਜ਼ਿਆਦਾ ਚਰਚਾ ਰਿਹਾ ਕਿ ਇਹਦੇ ਵਿੱਚ ਹੋਰ ਜਿਹੜੇ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਕੋਈ ਮੈਂ ਕਿਤੋਂ ਲੱਭ ਕੇ ਨਹੀਂ ਲੈਂਦੀ ਹੈ। ਜਿੰਨੇ ਵੀ ਇਕੋਨੋਮਿਸਟ ਨੇ ਜਿਹੜੇ ਅੱਡ ਚੈਨਲਸ 'ਤੇ ਆਉਂਦੇ ਨੇ, ਅੱਡ ਡਿਪਾਰਟਮੈਂਟਸ 'ਚ ਕੰਮ ਕਰਦੇ ਨੇ, ਉਹਨਾਂ ਦੇ ਮੁਤਾਬਕ ਜਿਹੜੀ ਇਹ ਸਾਰੀ ਚੀਜ਼ ਲਿਖੀ ਜਾਂਦੀ ਹੈ। ਸੋ ਇਹਨੂੰ ਸਮਝਣ ਲਈ ਆਪਾਂ ਕਰਦੇ ਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ, ਗੈਸ ਪ੍ਰਾਈਸਿਸ, ਫੂਡ, ਗਰੋਸਰੀਜ਼, ਸ਼ੈਲਟਰ ਕਾਸਟ, ਲਿਵਿੰਗ ਐਕਸਪੈਂਸਿਸ, ਐਂਟਰਟੇਨਮੈਂਟ, ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ। ਪਰ ਜੇ ਆਪਾਂ CPI ਜਿਹੜਾ 8.1 ਦਾ ਨੰਬਰ ਹੈ ਜਾਂ 6.3 ਦਾ, ਇਹ ਓਵਰਆਲ ਫੈਕਟਰ ਹੈ। ਹੁਣ ਓਵਰਆਲ ਫੈਕਟਰ 'ਚ ਕੀ ਹੁੰਦਾ ਕਿ ਕਈ ਸਾਰੀ ਸ਼ੈਲਟਰ ਦੀ ਕਾਸਟ ਜ਼ਿਆਦਾ ਵੱਧ ਰਹੀ ਹੈ, ਪਰ ਜੇ ਮੰਨ ਲਓ ਗੈਸ ਪ੍ਰਾਈਸਿਸ ਘੱਟ ਹੋ ਗਈਆਂ ਤਾਂ ਉਹ ਐਵਰੇਜ ਕਰਕੇ ਸਾਰੀਆਂ ਚੀਜ਼ਾਂ ਨੂੰ ਜਿਹੜੀ ਲਿਖੀ ਜਾਂਦੀ। ਪਰ ਇਹ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨੂੰ ਓਵਰਆਲ ਨਹੀਂ, ਇਹਨੂੰ ਡਿਟੇਲ ਦੇ ਵਿੱਚ ਦੇਖੀਏ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਵਧੀਆਂ ਅਤੇ ਕਿਹੜੀਆਂ ਚੀਜ਼ਾਂ ਘਟੀਆਂ। ਸੋ ਇਹ ਸੇਮ ਪੇਜ ਦੇ ਉੱਤੇ ਜੇ ਅਸੀਂ ਥੱਲੇ ਦੇਖਦੇ ਹਾਂ, ਸਕਰੋਲ ਕਰਦੇ ਹਾਂ, ਜਿੱਥੋਂ ਅਸੀਂ ਇਹ ਇਨਫੋਰਮੇਸ਼ਨ ਲੈ ਰਹੇ ਹਾਂ ਕਿ CPI ਇੰਡੈਕਸ ਜਿਹੜਾ 6.3 ਨਵੰਬਰ ਟੂ ਦਸੰਬਰ ਚੇਂਜ ਹੋਇਆ, ਉਹਦੇ ਵਿੱਚ ਇਹ ਵੀ ਚੀਜ਼ਾਂ ਮੈਂਸ਼ਨ ਨੇ ਕਿ ਫੂਡ ਐਂਡ ਐਨਰਜੀ ਨੇ ਕਿੰਨਾ ਫਰਕ ਪਾਇਆ, ਸ਼ੈਲਟਰ ਕਾਸਟ ਨੇ ਕਿੰਨਾ ਫਰਕ ਪਾਇਆ, ਔਰ ਹੋਰ ਜਿਹੜੇ ਖਰਚੇ ਨੇ ਉਹਨਾਂ ਨਾਲ ਕੀ ਫਰਕ ਪਿਆ। ਸੋ ਜਦੋਂ ਅਸੀਂ ਮੋਰਗੇਜ ਇੰਟਰਸਟ ਰੇਟ ਦੇ ਸੈਕਸ਼ਨ ਨੂੰ ਦੇਖਦੇ ਹਾਂ ਤਾਂ ਉਹ 14.5 ਨਵੰਬਰ ਤੋਂ ਦਸੰਬਰ ਤੱਕ ਵਧਿਆ ਹੈ। ਸੋ ਜਿਹੜੀ ਸਾਡੀ CPI ਹੈ, ਜਿਹੜੀ ਸਾਡੀ ਲਿਵਿੰਗ ਕਾਸਟ ਹੈ ਪਰ ਮੰਥ, ਉਹ ਮੋਰਗੇਜ ਪੇਮੈਂਟ ਵਧਣ ਕਰਕੇ, ਮੋਰਗੇਜ ਇੰਟਰਸਟ ਰੇਟ ਵਧਣ ਕਰਕੇ 14.5, ਇਹ ਗੌਰਮੈਂਟ ਹੀ ਕਹਿ ਰਹੀ ਹੈ। ਪਰ ਜਦੋਂ ਅਨਾਊਂਸ ਕਰਦੇ ਨੇ ਇੰਟਰਸਟ ਰੇਟ ਹਾਈਕ, ਉਹਦੇ ਵਿੱਚ ਇਹ ਚੀਜ਼ ਨਹੀਂ ਮੈਂਸ਼ਨ ਕਰਦੇ, ਸਿਰਫ ਐਵਰੇਜ ਨੂੰ ਮੈਂਸ਼ਨ ਕੀਤਾ ਜਾਂਦਾ ਆ। ਉਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਕਿ ਕੈਨੇਡਾ ਦੇ ਵਿੱਚ ਅਸੀਂ 1 ਤੋਂ 3% ਦੇ ਵਿੱਚ ਇਨਫਲੇਸ਼ਨ ਮੇਨਟੇਨ ਕਰਨਾ ਚਾਹੁੰਦੇ ਹਾਂ। ਪਰ ਉਹਦੇ ਵਿੱਚ ਅੱਜ ਜੇ ਅਸੀਂ ਹਾਊਸ ਹੋਲਡ ਸਿੰਪਲ ਭਾਸ਼ਾ 'ਚ ਗੱਲ ਕਰੀਏ ਤਾਂ ਜੇ ਲੋਕਾਂ ਦੀ 1200 ਪੇਮੈਂਟ ਵੱਧ ਗਈ ਹੈ ਤਾਂ ਉਹ ਜੇ ਇੰਟਰਸਟ ਰੇਟ ਓਨੇ ਨਾ ਸਹੀ, ਮੈਂ ਕਹਿੰਦਾ ਜਿੰਨੇ ਇੱਕ ਨੋਰਮਲ ਔਨ ਐਨ ਐਵਰੇਜ ਕੈਨੇਡਾ ਚੱਲਦੇ ਸੀਗੇ 3% ਤੋਂ 4 ਦੇ ਵਿੱਚ, ਜੇ ਉੱਥੇ ਤੱਕ ਆ ਜਾਂਦੇ ਨੇ ਤਾਂ ਉਹ ਇਨਫਲੇਸ਼ਨ 'ਤੇ ਜਿਸ ਹਿਸਾਬ ਨਾਲ ਉਹ ਚਾਰਟ ਬਣਦਾ ਹੈ ਇੱਕ ਵਾਰੀ ਡਰੋਪ ਹੋ ਜਾਏਗੀ ਬਹੁਤ ਜ਼ਿਆਦਾ, ਕਿਉਂਕਿ 14.5% ਇੰਟਰਸਟ ਰੇਟ ਨਾਲ ਵੱਧ ਰਹੀ ਹੈ ਹਰ ਮਹੀਨੇ। ਹੁਣ 25 ਸੈਂਟ ਵਧੇ ਨੇ, ਇਹਦਾ ਮਤਲਬ ਹੋਰ ਜ਼ਿਆਦਾ ਫਰਕ ਪਾਏਗੀ ਲੋਕਾਂ ਦੀ ਕਾਸਟ ਆਫ ਲਿਵਿੰਗ ਦੇ ਵਿੱਚ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹਨੂੰ ਸਿਰਫ ਅਸੀਂ ਕਿ ਦੋ ਪਾਲਿਸੀਜ਼ ਨੇ, ਮੋਨੀਟਰੀ ਪਾਲਿਸੀ, ਫਿਸਕਲ ਪਾਲਿਸੀ। ਜੀ ਫਿਸਕਲ ਪਾਲਿਸੀ ਕੀ ਹੈ ਕਿ ਗੌਰਮੈਂਟ ਕਾਰਪੋਰੇਸ਼ਨ 'ਤੇ ਟੈਕਸ ਲਾਉਂਦੀ ਹੈ। ਜਦੋਂ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੋਣ ਲੱਗ ਪੈਂਦਾ ਹੈ ਤਾਂ ਗੌਰਮੈਂਟ ਲੋਕਾਂ ਦੇ ਉੱਤੇ ਟੈਕਸ, ਕਾਰਪੋਰੇਸ਼ਨ ਦੇ ਉੱਤੇ ਟੈਕਸ ਲਾਉਂਦੀ ਹੈ। 37 ਕੰਟਰੀਜ਼ ਨੇ ਇਹ ਚੀਜ਼ ਅਪਣਾਈ ਹੈ ਇਸ ਵੇਲੇ, ਕਿਉਂਕਿ ਜਿਹੜਾ ਬੇਸਿਕਲੀ ਇਨਫਲੇਸ਼ਨ ਡਿਮਾਂਡ ਐਂਡ ਸਪਲਾਈ ਕਰਕੇ ਵੱਧ ਗਈ ਸੀਗੀ, ਸਪਲਾਈ ਘੱਟ ਗਈ ਸੀ, ਉਹਦਾ ਕਰਕੇ ਜਿਹੜਾ ਇਹ ਚੀਜ਼ਾਂ ਦੇ ਵਿੱਚ ਫਰਕ ਹੋਇਆ। ਪਰ
37 ਕੰਟਰੀਜ਼ ਨੇ ਫਿਸਕਲ ਪਾਲਿਸੀ ਅਪਣਾਈ ਹੈ। ਕੁਛ ਕੰਟਰੀਜ਼ ਨੇ ਜਿਹੜੀ ਹੈ ਮੋਨੀਟਰੀ ਪਾਲਿਸੀ ਕਿ ਇੰਟਰਸਟ ਰੇਟ ਵਧਾ ਦਿਓ। ਇੰਟਰਸਟ ਰੇਟ ਵਧਾ ਦਿਓ ਦਾ ਕੀ ਫੰਡਾ ਹੈ, ਕੋਈ ਜ਼ਿਆਦਾ ਗੱਲ ਨਹੀਂ ਹੈ, ਪਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਕਿ ਵੀ ਇੰਟਰਸਟ ਰੇਟ ਆਪਾਂ ਵਧਾਵਾਂਗੇ ਤਾਂ ਲੋਕ ਉਨੀਆਂ ਚੀਜ਼ਾਂ ਘੱਟ ਖਰੀਦਣਗੇ। ਜੇ ਘੱਟ ਖਰੀਦਣਗੇ, ਹੁਣ ਇੰਟਰਸਟ ਰੇਟ ਵੱਧ ਗਿਆ, ਤੁਸੀਂ ਗੱਡੀ ਨਾ ਲਓ, ਤੁਸੀਂ ਘਰ ਨਾ ਲਓ, ਤੁਸੀਂ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਦੇ ਉੱਤੇ ਜਿਹੜੀਆਂ ਤੁਸੀਂ ਲੋਨ ਦੇ ਮੁਤਾਬਕ ਲੈਣਾ ਚਾਹੁੰਦੇ ਉਹਨਾਂ ਨੂੰ ਨਾ ਲਓ, ਅਤੇ ਫਿਰ ਜਿਹੜੀਆਂ ਉਹ ਚੀਜ਼ਾਂ ਦੀ ਜਿਹੜੀ ਡਿਮਾਂਡ ਹੈ ਉਹ ਘੱਟ ਜਾਏਗੀ ਅਤੇ ਉਹਨਾਂ ਦੀ ਪ੍ਰਾਈਸ ਵੀ ਘੱਟ ਜਾਏਗੀ। ਜਿਹੜੀ ਘਰਾਂ ਦੀ ਪ੍ਰਾਈਸ ਘਟੀ ਹੈ ਉਹ ਵੀ ਫਰਕ ਪਾਉਂਦੀ ਹੈ। ਉਹਨੇ 2.5 ਨਵੰਬਰ ਦੇ ਵਿੱਚ ਯਾਨੀ ਕਿ ਸਿਰਫ ਇਨਫਲੇਸ਼ਨ ਦੇ ਵਿੱਚ ਇਫੈਕਟ ਕੀਤਾ ਹੈ। ਜਿਹੜੀ ਓਵਰਆਲ ਜਿਹੜੀ ਆਪਣਾ 6.3 ਐਵਰੇਜ ਦੀ ਗੱਲ ਕਰਦੇ ਉਹਦੇ ਵਿੱਚ ਜਿਹੜੀ ਘਰਾਂ ਦੀ ਪ੍ਰਾਈਸ ਨੂੰ ਜਿਹੜਾ ਸਲੋ ਡਾਊਨ ਕਰ ਰਿਹਾ ਸੀ ਉਹ 4.5 ਵੱਧ ਰਹੀ ਸੀ ਹਰ ਮਹੀਨੇ ਘਰਾਂ ਦੀ ਪ੍ਰਾਈਸ, ਹੁਣ ਉਹ 2.25 'ਤੇ ਆ ਗਈ। ਉੱਥੇ ਇੱਕ ਫਰਕ ਪਿਆ ਕਿ ਘਰ ਉਨੀ ਤੇਜ਼ੀ ਨਾਲ ਮਹਿੰਗੇ ਹੋਣੇ ਹਟ ਗਏ, ਪਰ ਪੇਮੈਂਟਸ ਨੇ 14.5% ਦਾ ਫਰਕ ਪਾ ਦਿੱਤਾ। ਸੋ ਇਸ ਕਰਕੇ ਇਹ ਰਾਈਟ ਫੈਸਲਾ ਹੈ ਜਾਂ ਇਹ ਗਲਤ ਫੈਸਲਾ ਹੈ? ਅੱਜ ਸਵੇਰੇ ਵੀ ਆਪਣੇ ਟਰੂਡੋ ਸਾਹਿਬ ਨੂੰ ਪੁੱਛਿਆ ਗਿਆ, ਇਸ ਗੱਲ ਦੇ ਉੱਤੇ ਡਾਇਰੈਕਟ ਪੁੱਛਿਆ ਗਿਆ, ਪਰ ਉਹਨਾਂ ਦਾ ਆਨਸਰ ਫਿਰ ਉਹੀ ਰਿਹਾ, ਡੈਂਟਲ ਐਂਡ ਰੈਂਟਲ। ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇੰਟਰਸਟ ਰੇਟ ਦੇ ਰਹੇ, ਉਹਨਾਂ ਦੀ ਘਰ ਦੀ ਪੇਮੈਂਟ $1,200 ਵੱਧ ਗਈ ਜਿੰਨੀ ਉਹਨਾਂ ਨੇ ਘਰ ਲਏ ਸੀ ਉਹਦੇ ਨਾਲੋਂ, ਪਰ ਉਹ ਕਹਿੰਦੇ ਜੀ ਅਸੀਂ ਵੀ ਆਰ ਹੈਲਪਿੰਗ ਡੈਂਟਲ ਐਂਡ ਰੈਂਟਲ। ਇਹਦਾ ਉਹ ਦੰਦ ਖੱਟੇ ਕਰਨ ਵਾਲੀ ਗੱਲ ਹੋ ਗਈ ਰਿਸ਼ੀ ਜੀ। ਡੈਂਟਲ ਪਲਾਨ ਮਿਲ ਗਿਆ, ਹੁਣ ਸਾਫ਼ ਕਰ ਲਓ ਜੀ। ਪਰ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਘਰ ਲੈਂਦੇ ਹੋਏ ਕਿ ਦੇ ਵਿਲ ਬੀ ਰਨਿੰਗ ਆਊਟ ਆਫ ਬਜਟ। ਘਰ ਲੈਣਾ ਕੋਈ ਮਾੜੀ ਗੱਲ ਨਹੀਂ ਹੈ ਆਮ ਬੰਦੇ ਲਈ, ਔਰ ਸਪੈਸ਼ਲੀ ਇਮੀਗ੍ਰੈਂਟਸ ਲਈ ਜਿਹੜੇ ਨਿਊ ਟੂ ਕੈਨੇਡਾ ਨੇ, ਉਹਨਾਂ ਲਈ ਇਹ ਇੱਕ ਤਰ੍ਹਾਂ ਵਰਦਾਨ ਹੈ ਕਿ ਅਸੀਂ ਆਪਣਾ ਘਰ ਬਣਾ ਲਿਆ, ਆਪਣੇ ਰਹਿਣ ਲਈ ਆਪਣੀ ਜਗ੍ਹਾ ਬਣਾ ਰਹੇ ਹਾਂ। ਅਸੀਂ ਜਿਹੜੀ ਇਨਕਮ ਬਣਾ ਰਹੇ ਹਰ ਮਹੀਨੇ ਉਹਨੂੰ ਇੱਕ ਸਹੀ ਜਗ੍ਹਾ ਦੇ ਉੱਤੇ ਅਸੀਂ ਲਾ ਰਹੇ ਹਾਂ। ਵਰਸਿਸ ਕੇ ਮੈਂ ਨਹੀਂ ਕਹਿੰਦਾ ਕਿ ਕੋਈ ਚੀਜ਼ ਗਲਤ ਹੈ, ਪਰ ਵਰਸਿਸ ਕੇ ਹੋਰ ਇਨਵੈਸਟਮੈਂਟਸ ਜਿਹੜੀਆਂ ਅਸੀਂ ਕਰਦੇ ਹਾਂ ਜਾਂ ਹੋਰ ਤਰ੍ਹਾਂ ਦੀਆਂ ਇਨਵੈਸਟਮੈਂਟਸ ਕਰਦੇ ਹਾਂ, ਉਹਨਾਂ ਦੇ ਮੁਤਾਬਕ ਘਰ ਦੀ ਇਨਵੈਸਟਮੈਂਟ ਨੂੰ ਇੱਕ ਆਮ ਬੰਦੇ ਲਈ, ਹਾਂਜੀ ਜਿਹੜਾ ਕਾਰਪੋਰੇਸ਼ਨ ਹੈ ਉਹਨਾਂ ਨੂੰ ਕਾਰਪੋਰੇਸ਼ਨ ਨਹੀਂ ਕਦੇ ਘਰ ਖਰੀਦ ਕੇ ਰਹਿੰਦੀ, ਹੋਰ ਚੀਜ਼ਾਂ ਨੂੰ ਲੋੜ ਨਹੀਂ ਹੈ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਨੇ। ਜੇ ਅੱਜ ਕਹੀਏ ਕਿ ਗੂਗਲ ਹੈ, ਐਪਲ ਹੈ, ਉਹ ਘਰ ਖਰੀਦਣ ਲੱਗ ਪਊਗੀ, ਨਹੀਂ, ਦੇ ਆਰ ਨੋਟ ਇਨਵੈਸਟਿੰਗ ਇਨ ਰੀਅਲ ਸਟੇਟ, ਇਨ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਸਪੈਸ਼ਲੀ ਮੈਂ ਕਹੂੰਗਾ। ਪਰ ਆਮ ਬੰਦੇ ਲਈ ਜਿਹੜੀ ਸਾਰਿਆਂ ਨਾਲੋਂ ਵੱਡੀ ਆਪਣੇ ਬੱਚਿਆਂ ਲਈ ਔਰ ਭਵਿੱਖ ਦੀ ਸੇਵਿੰਗ ਹੈ ਉਹ ਇੱਕ ਘਰ ਹੁੰਦਾ ਕਿ ਉਹ ਆਪਣੀ ਲਾਈਫ ਦੇ ਵਿੱਚ ਜੇ ਘਰ ਬਣਾ ਲਏ, ਉਹਨੂੰ ਪੇ ਆਫ ਕਰ ਲੈ। ਪਰ ਉਹ ਘਰ ਲੈਣਾ ਪਹਿਲਾਂ ਪ੍ਰਾਈਜ਼ਾਂ ਇੰਨੀਆਂ ਵੱਧ ਚੁੱਕੀਆਂ ਨੇ, ਨਾਮੁਮਕਿਨ ਦੇ ਬਰਾਬਰ ਹੋ ਗਿਆ। ਕੁਛ ਸਿਟੀਜ਼ ਵਿੱਚ ਸਾਡਾ ਸ਼ਹਿਰ ਸਟਿਲ ਬਲੈਸਡ ਹੈ ਕਿ ਇੱਥੇ ਅੱਜ ਵੀ ਅਸੀਂ 5 ਲੱਖ ਦੇ ਵਿੱਚ ਔਰ ਉਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਇੱਕ ਡੀਸੈਂਟ ਘਰ ਸਿੰਗਲ ਫੈਮਿਲੀ ਹੋਮ ਰਹਿਣ ਲਈ ਲੈ ਸਕਦੇ ਹਾਂ। ਪਰ ਕੁਛ ਸਿਟੀਜ਼ ਦੇ ਵਿੱਚ ਤੇ ਜਿੱਥੇ ਕਿ ਪ੍ਰਾਈਸ ਮਿਲੀਅਨ $1.5 ਮਿਲੀਅਨ ਹੋ ਚੁੱਕੀ ਹੈ, ਮੇਰੇ ਖਿਆਲ ਨਾਲ ਇੱਕ ਆਮ $60,000-70,000 ਦੀ ਜੋਬ ਕਰਨ ਵਾਲੇ ਬੰਦੇ ਲਈ ਤਾਂ ਉਹ ਚੀਜ਼ ਪੋਸੀਬਲ ਨਹੀਂ ਰਹਿ ਗਈ। ਪਰ ਉਸ ਚੀਜ਼ ਨੂੰ ਪੋਸੀਬਲ ਬਣਾਉਣਾ ਵੀ ਜ਼ਰੂਰੀ ਹੈ, ਔਰ ਉਸ ਚੀਜ਼ ਲਈ ਜਿਹੜਾ ਆ ਇਹ ਕਿਹਾ ਜਾਂਦਾ ਕਿ ਜਿੰਨੀ ਸੇਲ ਘੱਟ ਜੂਗੀ ਓਨੀ ਜ਼ਿਆਦਾ ਜਿਹੜੀ ਆ। ਪਰ ਉਹਦੇ ਵਿੱਚ ਕੀ ਹੈ ਕਿ ਜਦੋਂ ਲੋਕ ਖਰਚਾ ਕਰਨਾ ਬੰਦ ਕਰ ਦਿੰਦੇ ਆ, ਜੇ ਅਸੀਂ ਇਕੱਲੀ ਮੋਨੀਟਰੀ ਪਾਲਿਸੀ ਦੀ ਗੱਲ ਕਰੀਏ ਤਾਂ ਹੁਣ ਰੈਂਟਲਸ ਨੂੰ ਵੀ ਗੌਰਮੈਂਟ ਦੇ ਰਹੀ, ਸਬਸਿਡੀ ਦੇ ਰਹੀ। ਹੁਣ ਇੱਕ ਬੰਦਾ ਰੈਂਟ 'ਤੇ ਰਹਿ ਰਿਹਾ, ਉਹ ਆਪਣੀ ਜੇ ਇਨਕਮ ਵੀ ਵਧੀਆ ਬਣਾ ਰਿਹਾ, ਲੈਟਸ ਸੇ ਕਿ ਕਪਲ ਰਹਿ ਰਿਹਾ, $1,00,000 ਉਹਨਾਂ ਦੀ ਇਨਕਮ, ਪਲੱਸ ਉਹਨਾਂ ਨੂੰ ਗੌਰਮੈਂਟ ਵੱਲੋਂ ਸਬਸਿਡੀ ਮਿਲ ਗਈ, ਰੈਂਟ ਵੀ ਨਹੀਂ ਪੇ ਕਰਨਾ ਪੈ ਰਿਹਾ ਪੂਰਾ, ਤਾਂ ਉਹਨਾਂ ਨੇ ਕੁੱਲ ਸੇਵਿੰਗ ਹੋਣੀ ਸ਼ੁਰੂ ਹੋ ਜੂਗੀ। ਸੇਵਿੰਗ ਨਾਲ ਉਹ ਕੀ ਕਰਨਗੇ ਉਸ ਤੋਂ ਬਾਅਦ? ਅਲਟੀਮੇਟਲੀ ਤਾਂ ਘਰ ਹੀ ਲੈਣਾ, ਅਲਟੀਮੇਟਲੀ ਉਹਨਾਂ ਨੇ ਫਿਰ ਘਰ ਲੈਣਾ। ਇਸ ਕਰਕੇ ਉਹ ਸਾਨੂੰ ਜਿਹੜੇ ਹਰੇਕ ਵਰਗ ਦੇ ਲਈ, ਹਰੇਕ ਸਿਸਟਮ ਦੇ ਲਈ ਜਿਹੜਾ ਡਿਫਰੈਂਟ ਤਰ੍ਹਾਂ ਦੇ ਇੱਕ ਚੀਜ਼ ਸੇਮ ਕੰਮ ਨਹੀਂ ਕਰ ਸਕਦੀ। ਸੋ ਉਸ ਨੂੰ ਗੌਰਮੈਂਟ ਨੂੰ ਦੂਸਰੇ ਚੀਜ਼ਾਂ ਨੂੰ ਦੇਖਣੇ ਚਾਹੀਦੀਆਂ। ਜਿਹੜੇ ਲੋਕਾਂ ਨੇ ਘਰ ਲੈ ਲਏ ਨੇ ਜਾਂ ਖਰੀਦ ਲਏ ਨੇ ਜਾਂ ਉਹਨਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਹੋਇਆ, ਉਹਨਾਂ ਨੇ ਕੋਈ ਮਾੜੀ ਇਨਵੈਸਟਮੈਂਟ ਨਹੀਂ ਕੀਤੀ ਹੋਈ, ਕੋਈ ਮਾੜਾ ਕੋਈ ਪੈਸਾ ਜਾ ਕੇ ਕਿਤੇ ਵੈਕੇਸ਼ਨ 'ਤੇ ਨਹੀਂ ਉਡਾਇਆ, ਜਾਂ ਕੋਈ, ਮੈਂ ਨਹੀਂ ਕਹਿੰਦਾ ਕਿ ਵੈਕੇਸ਼ਨ ਮਾੜੀ ਚੀਜ਼ ਆ, ਡੋਂਟ ਟੇਕ ਮੀ ਰੋਂਗ, ਬਟ ਮਤਲਬ ਕੁਛ ਵੀ ਆਪਾਂ ਕਿਸੇ ਵੀ ਚੀਜ਼ ਨੂੰ ਤੁਸੀਂ ਜਿਹਨੂੰ ਮਾੜਾ ਸਮਝਦੇ ਹੋ ਜੇ ਉਹਦੇ ਨਾਲ ਕੰਪੇਅਰ ਕਰੋ, ਕਿਸੇ ਵੀ ਚੀਜ਼ ਦੇ ਨਾਲ ਘਰ ਲੈਣਾ ਇਜ਼ ਦਾ ਬੈਸਟ ਬਿਲਕੁਲ ਇਨਵੈਸਟਮੈਂਟ। ਸੋ ਉਹ ਜੇ ਕਿਸੇ ਨੇ ਆਪਣੀ ਲਾਈਫ ਦੀ ਬੈਸਟ ਅਚੀਵਮੈਂਟ ਪ੍ਰਾਪਤ ਕੀਤੀ ਹੈ ਨਾ, ਤਾਂ ਉਹਨੂੰ ਆਪਾਂ ਹੁਣ ਇੱਕਦਮ ਰੂਨ ਕਰ ਰਹੇ ਹਾਂ ਕਿ ਤੇਰੀ ਪੇਮੈਂਟ ਵਧੂਗੀ ਜਾਂ ਫਲਾਨਾ ਹੋਊਗਾ, ਜਾਂ ਤੁਸੀਂ ਬੈਂਕ ਤੋਂ ਅੱਗੇ ਤੋਂ ਜੇ ਘਰ ਲੈਣਾ ਆ ਤਾਂ 5 ਈਅਰ ਫਿਕਸ ਹੀ ਮੋਰਗੇਜ ਬਾਰੇ ਆਪਾਂ ਸੋਚਾਂਗੇ, ਭਾਵੇਂ ਉਹ 4.5 ਤੇ ਆ, 5 ਤੇ ਆ। ਸੋ ਇਸ ਕਰਕੇ ਉਹ ਜਿਹੜੀ ਚੀਜ਼ ਹੈ ਉਹ ਇਸ ਵੇਲੇ ਪੂਰੀ ਤਰ੍ਹਾਂ ਨਹੀਂ ਹੋ ਰਹੀ। ਲੇਕਿਨ ਜਿੱਥੇ ਕਿ ਪੌਜ਼ ਦਿੱਤਾ ਗਿਆ ਹੈ ਮੋਨੀਟਰੀ ਪਾਲਿਸੀ ਨੂੰ, ਉੱਥੇ ਹੁਣ ਫਿਸਕਲ ਪਾਲਿਸੀ, ਕਿਉਂਕਿ ਬਜਟ ਆਉਣ ਵਾਲਾ,
ਜੀ ਬਿਲਕੁਲ ਠੀਕ ਹੈ ਗੱਲ। ਸੋ ਇੰਟਰਸਟ ਰੇਟ ਵੱਲ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੀ ਹੈ ਗੌਰਮੈਂਟ, ਜਾਂ ਉਹਦੇ ਵਿੱਚ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਹੈ ਕਿ ਦੇਰ ਵਿਲ ਬੀ ਡਿਫਰੈਂਟ ਕਾਈਂਡ ਆਫ, ਹੁਣ ਇੰਟਰਸਟ ਰੇਟ ਵਿੱਚ ਚੇਂਜਿਸ ਨਹੀਂ ਹੋਣਗੀਆਂ, ਦੂਜੇ ਤਰੀਕੇ ਨਾਲ ਹੋਣਗੀਆਂ। ਸੋ ਦੂਜਾ ਤਰੀਕਾ ਫਿਸਕਲ ਪਾਲਿਸੀਜ਼ ਹੈ, ਔਰ ਡੈਫੀਨੇਟਲੀ ਬਜਟ ਦਾ ਮੰਥ ਹੈ ਫੈਬਰਵਰੀ। ਸੋ ਉਹਦੇ ਵਿੱਚ ਹੁਣ ਕੀ ਚੇਂਜਿਸ ਆਉਂਦੀਆਂ ਉਹਦੇ ਹਿਸਾਬ ਨਾਲ ਆਪਾਂ ਨੂੰ ਪਤਾ ਲੱਗੇਗਾ। ਬੈਂਕ ਵਿਆਜ ਦਰਾਂ ਵਿੱਚ 0.25% ਦਾ ਇਜ਼ਾਫਾ ਹੋ ਗਿਆ। ਉਸ ਤੋਂ ਬਾਅਦ ਸਾਡੀ ਰੀਅਲ ਸਟੇਟ ਮਾਰਕੀਟ, ਸਾਡੀ ਮੌਰਗੇਜ ਮਾਰਕੀਟ ਦੇ ਉੱਤੇ ਕੀ ਅਸਰ ਪੈਂਦਾ ਉਸ ਦੀ ਅਸੀਂ ਚਰਚਾ ਕਰ ਰਹੇ ਹਾਂ। ਅਤੇ ਮਾਨ ਸਾਹਿਬ, ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਇਹਦਾ ਇਤਿਹਾਸ ਕੀ ਹੈ, ਹਿਸਟਰੀ ਕੀ ਹੈ ਇਹਦਾ ਇਤਿਹਾਸ ਹੈ ਜੀ 1990 ਦੇ ਵਿੱਚ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਕੀਤਾ ਕਿ ਕਿਸ ਤਰ੍ਹਾਂ ਜਿਹੜੀ ਲੋਕ ਇਨਕਮ ਕਰਦੇ ਨੇ ਔਰ ਉਸਨੂੰ ਕਿਸ ਤਰ੍ਹਾਂ ਖਰਚਦੇ ਨੇ, ਔਰ ਉਹ ਜਿਹੜੀ ਇਨਕਮ ਕਿਸ ਤਰ੍ਹਾਂ ਵੱਧਦੀ ਜਾ ਰਹੀ ਹੈ, ਉੱਥੋਂ ਇਹ CPI ਦੇ ਉੱਤੇ ਜਿਹੜਾ ਆ ਚਾਰਟ ਬਣਨੇ ਸ਼ੁਰੂ ਹੋ ਗਏ। ਇਹਨੂੰ ਕੀਤਾ ਗਿਆ, ਇਹਨੂੰ ਰਿਵਾਈਜ਼ ਕੀਤਾ ਗਿਆ ਫਿਰ 2002 ਦੇ ਵਿੱਚ ਕਿ ਹਰੇਕ ਚੀਜ਼ ਦੀ ਵੈਲਿਊ ਲੈ ਗਏ। ਸੋ ਇਨਫਲੇਸ਼ਨ ਨੂੰ ਆਲਵੇਜ਼ ਕਿਹਾ ਜਾਂਦਾ ਕਿ ਕੈਨੇਡਾ ਦੇ ਵਿੱਚ 1 ਤੋਂ 3% ਦੇ ਵਿੱਚ ਰੱਖਿਆ ਗਿਆ, ਪਰ ਇਹਦੇ ਵਿੱਚ ਨਾ ਤਾਂ ਇੰਟਰਸਟ ਰੇਟ ਦਾ ਜਾਂ ਫਿਸਕਲ ਪਾਲਿਸੀ ਦਾ ਨਹੀਂ ਇਕੱਲਾ ਰੋਲ ਹੈਗਾ। ਇਹਦਾ ਮੇਜਰ ਰੀਜ਼ਨ ਸੀ ਜਦੋਂ 2002 ਤੋਂ ਬਾਅਦ ਚਾਈਨਾ ਜਿਹੜੀ ਆ ਬਹੁਤ ਵੱਡੀ ਤਾਦਾਦ ਵਿੱਚ ਆਈ, ਔਰ ਉਹਨਾਂ ਨੇ ਇੱਕਦਮ ਲੋਕਾਂ ਦੀਆਂ ਜਿਹੜੀਆਂ ਰੈਗੂਲਰ ਯੂਜ਼ ਵਾਲੀਆਂ ਹਾਊਸ ਹੋਲਡ ਥਿੰਗਸ ਸੀ ਉਹਨਾਂ ਦੀ ਪ੍ਰਾਈਸ ਘਟਾ ਦਿੱਤੀ। ਸੋ ਅਸੀਂ ਇਸ ਲਈ 1 ਤੋਂ 3% ਦੇ ਵਿੱਚ ਜਿਹੜੇ ਆ ਉਹ ਰਹੇ ਇਨਫਲੇਸ਼ਨ। ਉਹਦਾ ਰੀਜ਼ਨ ਸੀਗਾ ਕਿ ਚਾਈਨਾ ਤੋਂ ਜਿਹੜਾ ਸਮਾਨ ਦੀ ਸਪਲਾਈ ਬਹੁਤ ਜ਼ਿਆਦਾ ਹੋਣ ਲੱਗ ਪਈ ਔਰ ਬਹੁਤ ਪ੍ਰਾਈਸਿਸ ਬਹੁਤ ਘੱਟ ਗਈਆਂ, ਨਾ ਕਿ ਉਹਦੇ ਵਿੱਚ ਕੋਈ ਇੰਟਰਸਟ ਰੇਟ ਜਾਂ ਹੋਰ ਚੀਜ਼ਾਂ ਦਾ ਸਿਰਫ ਰੋਲ ਸੀਗਾ। ਉਹਦੇ ਵਿੱਚ ਫਿਰ ਜਿਹੜਾ ਆ ਹੁਣ ਜਿਹੜਾ ਡਿਮਾਂਡ ਐਂਡ ਸਪਲਾਈ ਔਰ ਲੜਾਈ ਚੱਲ ਰਹੀ ਯੂਕਰੇਨ ਦੀ, ਔਰ ਸਪਲਾਈ ਜਿਹੜੀ ਹੋਰ ਜ਼ਿਆਦਾ ਹੋ ਰਹੀ ਆ, ਉਹਦਾ ਕਰਕੇ ਇਹ ਇਨਫਲੇਸ਼ਨ ਹੋਈ ਆ, ਨਾ ਕਿ ਉਹ ਸਿਰਫ ਘਰਾਂ ਦੀ ਪ੍ਰਾਈਸ ਵਧਣ ਕਰਕੇ ਹੋਈ ਆ, ਜਾਂ ਸਿਰਫ ਅਸੀਂ ਗੈਸ ਪ੍ਰਾਈਸ ਨੂੰ ਬਲੇਮ ਕਰ ਸਕਦੇ ਹਾਂ। ਪਰ ਜਿਹੜਾ ਇੰਟਰਸਟ ਰੇਟ ਆ ਇਹ ਇਕੱਲੇ ਘਰਾਂ ਨੂੰ ਨਹੀਂ, ਇਹ ਹੋਰ ਚੀਜ਼ਾਂ ਨੂੰ ਵੀ ਫੈਕਟਰ ਕਰ ਰਿਹਾ, ਕਿਉਂਕਿ ਸ਼ੇਅਰ ਮਾਰਕੀਟ ਜਿਹੜੀ ਟ੍ਰੇਡ ਮਾਰਕੀਟ ਆ ਉਹ ਆਪ ਲੋਸ ਵਿੱਚ ਆ ਰਹੀ ਆ। ਬੈਂਕ ਆਫ ਕੈਨੇਡਾ ਜਿਹੜੀ ਆ ਉਹਦੇ ਕੋਲੋਂ ਲੋਕਾਂ ਨੇ ਲੈਂਡ, ਕਿਉਂਕਿ ਕੀ ਹੈ ਕਿ ਹੁਣ ਆਪਾਂ ਪਹਿਲਾਂ GIC ਕਰਾਉਂਦੇ ਸੀ ਬੈਂਕ ਦੇ ਵਿੱਚ ਜਾ ਕੇ ਤਾਂ 1% ਵਿਆਜ ਮਿਲਦਾ ਸੀਗਾ। ਮੇਰੇ ਵਰਗੇ ਆਮ ਬੰਦੇ ਦੀ ਤਾਂ ਥੋੜ੍ਹੀ ਸੇਵਿੰਗ ਹੈ, 1000 5000 ਜਾਂ 10000, ਪਰ ਜਿਹੜੀਆਂ ਕੰਪਨੀਜ਼ ਨੇ ਉਹ ਮਿਲੀਅਨ 5 ਬਿਲੀਅਨ ਡਾਲਰ ਜਿਹੜੇ ਆ ਉਹ ਇੱਦਾਂ ਬੈਂਕਾਂ ਦੇ ਥਰੂ ਜਾਂ ਮਾਰਕੀਟ ਦੇ ਵਿੱਚ ਇਨਵੈਸਟ ਕਰਕੇ ਰੱਖਦੀਆਂ, ਕਿਉਂਕਿ ਉਹਨਾਂ ਦਾ ਸਰਪਲਸ ਅਮਾਊਂਟ ਆ। ਸੋ ਜਿਹੜੀ ਬੈਂਕ ਆਫ ਕੈਨੇਡਾ ਸੀ ਉਹ ਰਿਜ਼ਰਵ ਫੰਡ ਜਿਹੜੇ ਆ, ਜਿਹੜੀ ਆਪਣੀ ਰਿਟੇਨਡ ਇਨਕਮ ਹੁੰਦੀ ਸੀ ਸਾਲ ਦੇ ਐਂਡ 'ਤੇ, ਉਹ ਗੌਰਮੈਂਟ ਨੂੰ ਰਿਮਿਟ ਕਰ ਦਿੰਦੀ ਸੀ ਜੀ। ਹੁਣ ਕੀ ਹੋਇਆ ਕਿ ਉਹ ਜਦੋਂ ਇੰਨਾ ਇੰਟਰਸਟ ਰੇਟ ਆ ਤਾਂ ਬੈਂਕ ਆਫ ਕੈਨੇਡਾ ਦੇ ਬਰਾਬਰ ਜਿਹੜੇ ਹੋਰ ਲੋਕ ਆ ਉਹ ਵੀ ਪੈਸਾ ਦੇਣ ਲਈ ਮਾਰਕੀਟ ਦੇ ਵਿੱਚ ਆ ਗਏ ਬੈਂਕਾਂ ਨੂੰ, ਕਿ ਜੇ 4.5% ਵਿਆਜ ਮਿਲ ਰਿਹਾ ਆ ਅਤੇ ਇੰਸਟੈਡ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਰਿਸਕ ਲੈਣ ਨਾਲੋਂ ਇੱਥੇ ਸਿਕਿਉਰਡ ਘਰਾਂ ਦੇ ਵਿੱਚ 5 ਸਾਲ ਲਈ ਇਨਵੈਸਟ ਕਰ ਦਿੰਦੇ ਹਾਂ। ਉਹ ਚੀਜ਼ ਨੇ ਬੈਂਕ ਆਫ ਕੈਨੇਡਾ ਨੂੰ ਇਸ ਵੇਲੇ ਉਨੀ ਲੈਂਡਿੰਗ ਨਹੀਂ ਉਹ ਕਰ ਪਾ ਰਹੇ ਜਿੰਨੀ ਉਹ ਔਨ ਡੇਲੀ ਬੇਸਿਸ ਪਹਿਲਾਂ ਕਰਦੇ ਸੀ, ਔਰ ਹੋਰ ਵੀ ਸਾਰੇ ਫੈਕਟਰ। ਸੋ ਇਸ ਕਰਕੇ ਇਹ ਨਹੀਂ ਕਿ ਜਿਹੜਾ ਇੰਟਰਸਟ ਰੇਟ ਵਧਾ ਕੇ ਸਿਰਫ ਘਰਾਂ ਦੀ ਮਾਰਕੀਟ ਨੂੰ ਹੀ ਇਫੈਕਟ ਹੋ ਰਿਹਾ ਆ, ਬਹੁਤ ਡਿਫਰੈਂਟ ਢੰਗ ਦੇ ਨਾਲ ਜਿਹੜਾ ਇਹ ਚੀਜ਼ ਇਫੈਕਟ ਕਰਦੀ ਆ। 7 ਫਰਵਰੀ ਨੂੰ ਉਹਨਾਂ ਨੇ ਡਿਟੇਲਡ ਮੋਨਟਰੀ ਪਾਲਿਸੀ ਦੇਣੀ ਹੈ, ਕਿਸੇ ਕੇਸ ਬੇਸ ਦੇ ਉੱਤੇ ਇਸ ਇੰਟਰਸਟ ਰੇਟ ਦੇ ਉੱਤੇ ਆਏ ਆ। 2007 ਤੋਂ ਬਾਅਦ 4.5% ਜਿਹੜਾ ਓਵਰਨਾਈਟ ਰੇਟ ਉਹ ਦੁਬਾਰਾ ਕੀਤਾ ਗਿਆ ਆ। ਹੁਣ ਇਹਨੂੰ ਪੌਜ਼ ਕੀਤਾ ਗਿਆ, ਕਿੰਨਾ ਚਿਰ ਇੱਥੇ ਰਹਿੰਦਾ, ਹੋਰ ਵੱਧਦਾ, ਜਾਂ ਉਹ ਚੀਜ਼ਾਂ ਜਿਹੜੀਆਂ ਮਾਰਕੀਟ ਦੇ ਉੱਤੇ ਡਿਪੈਂਡ ਕਰਦੀਆਂ। ਪਰ ਆਪਣੀ ਜਿਹੜੀ ਇਮੀਗਰੈਂਟ ਹੈ ਸੋਸਾਇਟੀ, ਉਹਨੂੰ ਇਹ ਚੀਜ਼ ਥੋੜ੍ਹੀ ਜਿਹੀ ਡਿਫਰੈਂਟ ਢੰਗ ਨਾਲ ਇਫੈਕਟ ਕਰਦੀ ਹੈ, ਕਿਉਂਕਿ ਸਾਡੀ ਨਸੈਸਿਟੀ ਹੈ ਘਰ ਲੈਣਾ। ਕਈ ਲੋਕ ਇੱਥੇ, ਅਸੀਂ ਇੰਡੀਆ 'ਚ ਰਹਿੰਦੇ, ਇੰਡੀਆ ਦੇ ਵਿੱਚ 6.25% ਓਵਰਨਾਈਟ ਰੇਟ ਹੈ, ਪਰ ਉਹ ਸ਼ਹਿਰੀ ਇਲਾਕੇ ਨੂੰ ਜ਼ਿਆਦਾ ਜਿਹੜਾ ਆ ਇਫੈਕਟ ਕਰਦੀ ਹੈ। ਅਸੀਂ ਜਿਹੜੇ ਆਮ ਘਰਾਂ ਦੇ ਵਿੱਚ ਰਹਿੰਦੇ ਸੀ ਜਾਂ ਲੈਂਡਲੋਰਡ ਸੀਗੇ, ਜਿਹੜੇ ਪ੍ਰੋਪਰਟੀ ਓਨਰ ਸੀਗੇ, ਉਹਨਾਂ ਨੂੰ ਇਹ ਚੀਜ਼ਾਂ ਜ਼ਿਆਦਾ ਇਫੈਕਟ ਨਹੀਂ ਕਰਦੀਆਂ ਸੀ, ਉਹ ਜ਼ਿਆਦਾ ਉਹਨਾਂ ਬਾਰੇ ਨਹੀਂ ਪਤਾ ਸੀਗਾ। ਪਰ ਜਿਹੜੇ ਇੱਥੇ ਆ, ਕਿਉਂਕਿ ਅਸੀਂ ਇੱਥੇ ਕੁਛ ਓਨ ਨਹੀਂ ਕਰਦੇ, ਔਰ ਅਸੀਂ ਘਰ ਇੱਕ ਪਹਿਲੀ ਚੀਜ਼ ਹੈ ਜਿਹਨੂੰ ਓਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੋ ਸਿੱਧਾ ਇਫੈਕਟ ਜਿਹੜਾ ਆ ਉਹ ਨਿਊ ਇਮੀਗਰੈਂਟਸ ਦੇ ਉੱਤੇ ਇਸ ਚੀਜ਼ ਦਾ ਪੈਂਦਾ। ਅਤੇ ਹੁਣ ਜਦੋਂ ਵੀ ਇਸ ਤਰ੍ਹਾਂ ਦੀਆਂ ਚੇਂਜਸ ਆਉਂਦੀਆਂ ਨੇ, ਸਾਡੀ ਕਮਿਊਨਿਟੀ ਕਾਫੀ ਚਰਚਾ ਵਿੱਚ ਆ ਜਾਂਦੀ ਹੈ ਕਿ ਚਾਹੇ ਘਰ ਖਰੀਦਣ ਵਾਲਾ ਹੋਵੇ ਅਤੇ ਚਾਹੇ ਘਰ ਵੇਚਣ ਵਾਲਾ ਹੋਵੇ, ਤਾਂ ਇਸ ਤਰ੍ਹਾਂ ਕਿਉਂ ਹੁੰਦਾ ਜੀ? ਜਿਵੇਂ ਕਿ ਮੈਂ ਹੁਣੇ ਮੈਂਸ਼ਨ ਕੀਤਾ ਕਿ ਸਾਡੇ ਕੋਲ ਜਿਹੜੇ ਜ਼ਿਆਦਾ ਰਿਸੋਰਸਿਸ ਨਹੀਂ ਆ ਇੱਥੇ ਜਦੋਂ ਅਸੀਂ ਕੈਨੇਡਾ ਆਉਂਦੇ, ਸੋ ਸਾਡਾ ਮੇਜਰ ਰਿਸੋਰਸ ਜਿਹੜਾ ਬਣਦਾ ਆ ਕਿ ਅਸੀਂ ਜੋਬ ਕਰਕੇ ਇੱਕ ਘਰ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਦੋਂ ਇਹ ਮੋਨਿਟਰੀ ਪਾਲਿਸੀ ਜਾਂ ਇੰਟਰਸਟ ਰੇਟ ਦੇ ਵਧਣ ਨਾਲ
ਅਸੀਂ ਆਪਣੀ ਜਿਹੜੀ ਲਾਈਫ ਉਹ ਡੈਟ ਤੋਂ ਸ਼ੁਰੂ ਕਰਦੇ ਹਾਂ। ਜਿਵੇਂ ਕਿ ਘਰ ਖਰੀਦਿਆ 5% ਡਾਊਨ ਦੇ ਕੇ 95% ਅਸੀਂ ਲੋਨ ਲੈ ਲੈਂਦੇ ਹਾਂ। ਹੁਣ ਜੇ ਉਹ 95% ਕਿਸੇ ਵੀ ਚੀਜ਼ ਦੀ ਵੈਲਿਊ ਉਹਦੇ ਇਫੈਕਟ ਹੋਏਗੀ ਅਤੇ ਉਹ ਜ਼ਿਆਦਾ ਹੋਏਗੀ। ਜਿਹੜੇ ਲੋਕ ਇੱਥੇ ਪੁਰਾਣੇ ਰਹਿ ਰਹੇ ਆ ਜਾਂ ਇੱਥੇ ਦੇ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਆ, ਉਹਨਾਂ ਦੇ ਜੇ ਘਰ ਦੇ ਉੱਤੇ ਮੰਨ ਲਓ ਅੱਜ ਉਹਨਾਂ ਦੇ ਕੋਲ 5 ਲੱਖ ਦਾ ਘਰ ਹੈ ਅਤੇ ਉਹਦੇ ਉੱਤੇ 2 ਲੱਖ ਦੀ ਮੋਰਗੇਜ ਹੈ ਲੈਟਸ ਸੇ, ਉਹਨੂੰ ਇਹ ਚੀਜ਼ ਘੱਟ ਇਫੈਕਟ ਕਰੂਗੀ ਜੀ। ਔਰ ਉਹਦੇ ਲਈ ਐਗਜ਼ਿਟ ਸਟ੍ਰੈਟਜੀ ਵੀ ਹੈ, ਕਿਉਂਕਿ ਉਹਨੇ ਸ਼ਾਇਦ ਉਹ 2.5 ਲੱਖ ਦਾ ਉਦੋਂ ਖਰੀਦਿਆ ਸੀਗਾ, ਉਹਨੂੰ ਕੋਈ ਲੋਸ ਨਹੀਂ ਹੋ ਰਿਹਾ ਸਟਿਲ। ਉਹਦੇ ਕੋਲ ਜੇ ਜ਼ਿਆਦਾ ਪ੍ਰੋਪਰਟੀਜ਼ ਨੇ ਜਾਂ ਇੱਕ ਪ੍ਰੋਪਰਟੀ ਹੈ ਉਹ ਐਗਜ਼ਿਟ ਕਰ ਸਕਦਾ ਹੈ, ਉਹ ਆਪਣੀ ਰਿਟਾਇਰਮੈਂਟ ਪਲਾਨ ਕਰ ਸਕਦਾ ਹੈ। ਅਸੀਂ ਜਿਹੜੇ ਇਹਦੇ ਇਮੀਗਰੈਂਟਸ ਆਏ ਹਾਂ ਜ਼ਿਆਦਾ 95% ਡੈਟ ਦੇ ਉੱਤੇ ਜਿਹੜੀ ਲਾਈਫ ਨੂੰ ਸਟਾਰਟ ਕਰਦੇ ਹਾਂ। ਪਹਿਲਾਂ ਤਾਂ ਇਹ ਫੈਸਿਲਿਟੀਜ਼ ਦਿੱਤੀਆਂ ਗਈਆਂ ਗੌਰਮੈਂਟ ਵੱਲੋਂ ਕਿ ਤੁਸੀਂ 5% ਡਾਊਨ ਦਿਓ, 1.5% 2% ਵਿਆਜ ਦੇ ਉੱਤੇ ਘਰ ਲੈ ਲਓ। ਹੁਣ ਉਹ ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ ਨੂੰ ਇੰਨਾ ਕਰ ਦਿੱਤਾ ਕਿ ਘਰ ਤੁਸੀਂ ਲੈ ਲਿਆ ਆ, ਪਰ ਹੁਣ ਜੇ ਗੌਰਮੈਂਟ ਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਤਾਂ ਉਹ ਫਿਰ ਮੈਂ ਜਿਵੇਂ ਪਹਿਲਾਂ ਵੀ ਮੈਨਸ਼ਨ ਕੀਤਾ ਆਨਸਰ ਕਰਦੇ ਮੁਰਿਓਂ ਡੈਂਟਲ ਐਂਡ ਰੈਂਟਲ, ਕਿ ਅਸੀਂ ਰੈਂਟ ਵਾਲਿਆਂ ਨੂੰ ਹੈਲਪ ਕਰਨ। ਠੀਕ ਹੈ, ਰੈਂਟ ਵਾਲਿਆਂ ਨੂੰ ਵੀ ਹੈਲਪ ਚਾਹੀਦੀ ਹੈ। ਮੈਂ ਤਾਂ ਇਹ ਇੱਥੇ ਕਹਿੰਦਾ ਕਿ ਮੈਂ ਆਪਣੇ ਘਰ ਦਾ ਜਾਂ ਮੇਰੇ ਕੋਲ ਜੇ ਕੋਈ ਰੈਂਟਲ ਪ੍ਰੋਪਰਟੀ ਹੈ, ਮੈਂ ਉਹਦਾ 200 ਤੋਂ 400 ਤੋਂ ਰੈਂਟ ਘਟਾ ਦਿੰਦਾ। ਉਹ ਤੁਹਾਨੂੰ ਤਾਂ $500 ਦੇਣ ਦੀ ਲੋੜ ਹੀ ਨਹੀਂ ਰੈਂਟਲ ਨੂੰ ਜੀ। ਪਰ ਹੁਣ ਰੈਂਟ ਇੱਕ ਲੈਂਡਲੋਰਡ ਰੈਂਟ ਘਟਾਵੇ ਕਿੱਥੋਂ, ਜਿਹਦੀ ਕਿ ਆਪਣੀ ਪੇਮੈਂਟ ਹੀ $1500 ਵੱਧ ਗਈ ਹੈ। ਬਿਲਕੁਲ ਠੀਕ ਹੈ ਜੀ। ਸੋ ਉਹਨੇ ਵੀ ਗਾਂ ਦੀ ਗਾਂ ਔਰ ਹੋਰ ਚੀਜ਼ਾਂ, ਪਰ ਜਿਹੜਾ ਰੈਂਟ ਵਾਲਾ ਅੱਗੇ ਸੇਵਿੰਗ ਕਰ ਰਿਹਾ ਹੈ ਉਹਨੇ ਆਪਣੀ ਸੇਵਿੰਗ ਕਰਕੇ ਆਪਦਾ ਘਰ ਖਰੀਦ ਲੈਣਾ। ਜੇ ਹੁਣ ਕਿਸੇ ਦੀ ਬੇਸਮੈਂਟ 'ਚ ਕੋਈ ਰੈਂਟ 'ਤੇ ਰਹਿ ਰਿਹਾ ਹੈ, ਉਹਨੇ ਆਪਣੀ ਸੇਵਿੰਗ ਕਰਕੇ ਉਹਦਾ ਰੈਂਟ ਬਚ ਗਿਆ, ਉਹਨੇ 2-4 ਮਹੀਨੇ ਕਹਿਣਾ ਹੁਣ ਮੈਂ ਆਪਣਾ ਘਰ ਲੈ ਲਾਂ। ਸੋ ਮੈਨੂੰ ਨਹੀਂ ਲੱਗਦਾ ਕਿ ਪਾਲਿਸੀ ਪੂਰੀ ਤਰ੍ਹਾਂ ਘਰਾਂ ਦੀ ਮਾਰਕੀਟ ਨੂੰ ਸਲੋ ਡਾਊਨ ਕਰਨ ਲਈ ਵਰਕ ਕਰ ਰਹੀ ਹੈ। ਜਸਟ ਇਹਦਾ ਇਹ ਫਾਇਦਾ ਹੈ ਕਿ ਹਾਂ ਲੋਕਾਂ ਦੀ ਜੇਬ ਦੇ ਉੱਤੇ ਐਕਸਪੈਂਸ ਜਿਹੜਾ ਆ ਉਹ ਹੋਰ ਵੱਧ ਗਿਆ। ਹੁਣ ਫਿਸਕਲ ਪਾਲਿਸੀ ਦੇ ਵਿੱਚ ਚੇਂਜਿਸ ਆਉਣੀਆਂ, ਹੋਪਫੁਲੀ ਉਹ ਕਿਸੇ ਬੈਟਰ ਢੰਗ ਦੇ ਨਾਲ ਆਉਣ। ਠੀਕ ਆ, ਲੋਕਾਂ ਨੂੰ ਟੈਕਸ ਲਾਇਆ ਜਾ ਸਕਦਾ, ਉਹਨਾਂ ਦੇ ਪ੍ਰੋਫਿਟ 'ਤੇ ਟੈਕਸ ਲਾਇਆ ਜਾ ਸਕਦਾ, ਇਨਵੈਸਟਰਾਂ ਨੂੰ ਟਾਈਟਨ ਕੀਤਾ ਜਾ ਸਕਦਾ। ਪਰ ਫਸਟ ਟਾਈਮ ਹੋਮ ਬਾਇਰ ਜਿਵੇਂ ਕਿ ਟੈਂਪਰੇਰੀ ਵਰਕ ਪਰਮਿਟ ਵਾਲਿਆਂ ਦੇ ਕਾਫੀ ਤੁਸੀਂ ਵੀ ਇੱਥੇ ਡਿਸਕਸ ਕੀਤਾ ਰਿਸ਼ੀ ਜੀ, ਕਾਫੀ ਜ਼ਿਆਦਾ ਕਾਨੂੰਨ ਜਿਹੜੇ ਆ ਉਹਨਾਂ ਦੇ ਸਖਤ ਕਰਦੇ, ਉਹ ਵੀ ਉਨਾ ਹੀ ਟੈਕਸ ਪੇ ਕਰ ਰਹੇ ਆ। ਪਰ ਉਹ ਇਸ ਇਨਫਲੇਸ਼ਨ ਨੂੰ, ਜਿਹੜੀ ਦੁਨੀਆ ਦੀ ਇਨਫਲੇਸ਼ਨ ਹੈ ਉਹਦੇ ਨਾਲ ਲੜਨ ਲਈ ਉਹਨਾਂ ਦੇ ਕੋਲੋਂ ਇੱਕ ਹੱਕ ਖੋਲ੍ਹਿਆ ਗਿਆ ਕਿ ਇਹ ਜਿਹੜਾ ਘਰ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ 5 ਲੱਖ ਦਾ, ਉਹ ਜਿਹੜੀ ਤੁਹਾਡੀ ਮੰਨ ਲਓ $5000 ਪਰ ਮੰਥ ਅਰਨਿੰਗ ਹੈ, ਇੱਕ ਬੰਦਾ ਤੇ ਪੇਮੈਂਟ ਦੇ ਕੇ ਆਪਣਾ ਘਰ ਉਹਨੇ ਹੋਲਡ ਕਰ ਲਿਆ ਅੱਜ 5 ਲੱਖ ਦੇ, ਕੱਲ੍ਹ ਨੂੰ ਜੇ 6 ਦਾ ਹੋ ਜਾਂਦਾ ਤੁਸੀਂ ਨਹੀਂ ਕੁਛ ਕਰ ਸਕਦੇ, ਬਸ ਤੁਸੀਂ ਅੱਖਾਂ ਮੂਹਰੇ ਬੈਠੇ ਦੇਖ ਸਕਦੇ ਹੋ। ਇਹ ਕਾਫੀ ਪਾਸਿਓਂ ਜੇ ਦੇਖਿਆ ਜਾਵੇ, ਜੇ ਹਿਊਮਨ ਰਾਈਟਸ ਦੇ ਪੱਖੋਂ, ਇਕੁਆਲਿਟੀ ਦੇ ਪੱਖੋਂ ਇਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ ਸੀ। ਪਰ ਗੌਰਮੈਂਟ ਨੇ ਜਿਹੜਾ ਬੈਨ ਲਾ ਦਿੱਤਾ ਉਹਦੇ ਉੱਤੇ ਵਿਦ ਸਮ ਐਕਸੈਪਸ਼ਨਸ ਕਿ 2 ਸਾਲ ਹੁਣ ਇੱਕ ਬੰਦਾ ਜਿਹੜਾ ਕੈਨੇਡਾ ਆਇਆ ਆ ਐਜ਼ ਏ ਮੈਰਿਜ ਕਰਾ ਕੇ ਆਇਆ, ਫੈਮਿਲੀ ਬੇਸ 'ਤੇ ਆਇਆ, ਉਹ ਘਰ ਲੈ ਸਕਦਾ ਹੁੰਦਾ ਹੀ, ਪਰ ਵਰਕ ਪਰਮਿਟ ਵਾਲਾ ਨਹੀਂ ਲੈ ਸਕਦਾ। ਮੇਰੇ ਮੁਤਾਬਕ ਬੈਟਰ ਇਹ ਹੋਣਾ ਚਾਹੀਦਾ ਕਿ ਸਾਰਿਆਂ ਲਈ 2 ਸਾਲ ਦੀ ਰਿਸਟ੍ਰਿਕਸ਼ਨ ਲੱਗ ਜਾਂਦੀ ਕਿ 2 ਸਾਲ ਦੇਖੋ, ਵੇਟ ਕਰੋ। ਇਹਦੇ ਨਾਲੋਂ ਜ਼ਿਆਦਾ ਨੌਲੇਜ ਜਿਹੜੀ ਅਸੀਂ ਆਹ ਗੱਲਾਂ ਇੱਥੇ ਕਰਦੇ CPI ਜਾਂ ਹੋਰ ਕੈਨੇਡੀਅਨ ਸਿਸਟਮ ਜਾਂ ਹਾਊਸਿੰਗ ਮਾਰਕੀਟ ਕਿੱਦਾਂ ਵਰਕ ਕਰਦੀ ਆ, ਕੀ ਇਹਦੀ ਹਿਸਟਰੀ ਰਹੀ ਆ, ਇਹ ਚੀਜ਼ਾਂ ਦੀ ਨੌਲੇਜ ਦੇਣ ਦੀ ਨਿਊ ਇਮੀਗਰੈਂਟਸ ਨੂੰ ਜ਼ਿਆਦਾ ਲੋੜ ਆ। ਨਾ ਕਿ ਵਰਸਿਸ ਨਿਊ ਇਮੀਗਰੈਂਟਸ ਦੇ ਨਾਂ 'ਤੇ ਆਪਾਂ ਇੰਗਲਿਸ਼ ਕੋਰਸਿਸ ਖੋਲ੍ਹਿਆ ਤਾਂ ਆਪਾਂ ਕੀ ਅਸੀਂ ਬਹੁਤ ਬਸ ਸਾਰੀ ਭਲਾਈ ਕਰ ਦਿੱਤੀ, ਸਾਰਾ ਸਿਸਟਮ ਬੱਸ ਦੇ ਉੱਤੇ ਨੰਬਰ ਪੜ੍ਹਨਾ ਆ ਗਿਆ। ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਥੇ ਅਸੀਂ ਇੰਨੀ ਮਿਹਨਤ ਕਰਦੇ ਹਾਂ, 24 ਚੋਂ 18 ਘੰਟੇ ਕੰਮ ਕਰਦੇ ਹਾਂ, ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਰਿਕੁਐਸਟ ਕਰੂੰਗਾ ਕਿ 15-20 ਮਿੰਟ ਅੱਧਾ ਘੰਟਾ ਕੱਢ ਕੇ ਤੁਸੀਂ ਆਪ ਨਿਊਜ਼ ਨੂੰ ਸੁਣੋ। ਉਦੋਂ ਬਾਅਦ ਜਿਹੜਾ ਆ ਉਹਨਾਂ ਦੇ ਜਿਹੜੇ ਇਕੋਨੋਮਿਸਟ ਆ ਉਸ ਨਿਊਜ਼ ਬਾਰੇ ਕੀ ਕਹਿੰਦੇ ਨੇ ਕਿ ਕੀ ਇਹ ਚੰਗਾ ਹੋ ਰਿਹਾ, ਮਾੜਾ ਹੋ ਰਿਹਾ, ਉਹਨੂੰ ਜ਼ਰੂਰ ਸੁਣੋ। ਕਿਉਂਕਿ ਜਿਸ ਕੰਟਰੀ 'ਚ ਅਸੀਂ ਪੈਸੇ ਅਰਨ ਕਰ ਰਹੇ ਹਾਂ ਉੱਥੇ ਹੀ ਅਸੀਂ ਸਪੈਂਡ ਕਰ ਰਹੇ ਹਾਂ, ਔਰ ਉੱਥੇ ਉਹ ਸਾਡੇ ਨਾਲ ਕਿੱਦਾਂ ਫੈਕਟਰਾਈਜ਼ ਹੋ ਰਿਹਾ ਉਹ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਤੇ ਤੁਹਾਡਾ ਕੰਟੈਕਟ ਇਨਫੋਰਮੇਸ਼ਨ? ਰਿਸ਼ੀ ਜੀ 587 777 7000। ਬਹੁਤ ਸਾਰੇ ਸਾਥ ਇਹਦੇ ਵਿੱਚ 587 777 7000 ਜੀ। 7 ਵੈਸਟਵਿੰਡ ਕ੍ਰੈਸੈਂਟ ਦੇ ਉੱਤੇ ਮੇਰਾ ਆਫਿਸ ਹੈ, ਯੂਨਿਟ 315 ਜੀ। ਬਹੁਤ ਮਿਹਰਬਾਨੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਜੀ। ਥੈਂਕ ਯੂ ਰਿਸ਼ੀ ਜੀ।